ਹੈਲੋ, ਮੈਂ ਜਸਵਿੰਦਰ ਸਿੱਧੂ ਸਕਸੈਸ ਪੁਆਇੰਟ ਬੁਢਲਾਡਾ ਦੇ ਈ-ਲਰਨਿੰਗ ਚੈਨਲ ctpaper.com 'ਤੇ ਤੁਹਾਡਾ ਸਾਰਿਆਂ ਦਾ ਵੈਲਕਮ ਕਰਦਾ। ਜਿਵੇਂ ਕਿ ਪਿੱਛੇ ਜੇ ਅਸੀਂ ਨੇ ਕੰਪਿਊਟਰ ਦੀਆਂ ਕਲਾਸਾਂ ਸਟਾਰਟ ਕੀਤੀਆਂ ਸੀਗੀਆਂ, ਜਿਸ ਦੇ ਵਿੱਚ ਆਪਾਂ ਨੇ ਮੈਮਰੀ ਸਿਸਟਮ ਸੌਫਟਵੇਅਰ ਅਤੇ ਕੰਪਿਊਟਰ ਦੀ ਬੇਸਿਕ ਜਾਣਕਾਰੀ ਲਈ ਸੀਗੀ। ਜਿਹੜੀ ਅੱਜ ਦੀ ਕਲਾਸ ਹੈ ਉਹ ਆਪਾਂ ਕੰਪਿਊਟਰ ਜਨਰੇਸ਼ਨ 'ਤੇ ਸਟਾਰਟ ਕਰਨ ਜਾ ਰਹੇ ਹਾਂ। ਕੰਪਿਊਟਰ ਜਨਰੇਸ਼ਨ ਹੁੰਦੀਆਂ ਕਿਹਨੇ ਗੀਆਂ, ਕਦੋਂ ਤੋਂ ਕਦੋਂ ਤੱਕ ਸੀਗੀਆਂ ਅਤੇ ਕਿੰਨੀਆਂ ਕੰਪਿਊਟਰ ਜਨਰੇਸ਼ਨਸ ਹੋਈਆਂ ਨੇਗੀਆਂ। ਹਾਂਜੀ, ਸਟਾਰਟ ਕਰ ਦਿਆਂਗੇ। ਕੰਪਿਊਟਰ ਜਨਰੇਸ਼ਨਸ ਹੁੰਦੀਆਂ ਕਿਹਨੇ ਗੀਆਂ। ਕੰਪਿਊਟਰ ਜਨਰੇਸ਼ਨ ਦਾ ਮਤਲਬ ਹੈਗਾ ਟਾਈਮ ਦੇ ਨਾਲ ਕੰਪਿਊਟਰ ਦੇ ਵਿੱਚ ਜੋ ਡਿਵੈਲਪਮੈਂਟ ਹੋਈ ਹੈਗੀ, ਕੰਪਿਊਟਰ ਟੈਕਨੋਲੋਜੀ ਦੇ ਵਿੱਚ ਜੋ ਨਵਾਂ ਡਿਵੈਲਪਮੈਂਟ ਆਈ ਹੈਗੀ, ਉਹਨੂੰ ਆਪਾਂ ਕੰਪਿਊਟਰ ਜਨਰੇਸ਼ਨ ਕਹਿੰਦੇ ਹੈਗੇ। ਜਿਵੇਂ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂਗੇ, ਕੰਪਿਊਟਰ ਦਾ ਜਿਹੜਾ ਸਾਈਜ਼ ਹੈ ਉਹ ਇੱਕ ਰੂਮ ਦੇ ਜਿੰਨਾ ਹੁੰਦਾ ਸੀ। ਹੌਲੀ ਹੌਲੀ ਉਹ ਘਟਦਾ ਅੱਜ ਇੰਨਾ ਛੋਟਾ ਰਹਿ ਗਿਆ ਕਿ ਉਹਨਾਂ ਨੂੰ ਆਪਾਂ ਹੱਥਾਂ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂਗੇ। ਠੀਕ ਹੈ, ਤਾਂ ਇਹ ਡਿਵੈਲਪਮੈਂਟ ਕਿਵੇਂ ਹੋਈ, ਤਾਂ ਇਹ ਜਨਰੇਸ਼ਨ ਦੇ ਵਿੱਚ ਪੜ੍ਹਾਂਗੇ ਆਪਾਂ। ਤਾਂ ਕੰਪਿਊਟਰ ਦੀਆਂ ਹਾਲੇ ਤੱਕ 5 ਜਨਰੇਸ਼ਨਸ ਹੋਈਆਂ ਨੇਗੀਆਂ, ਜਿਨ੍ਹਾਂ ਬਾਰੇ ਆਪਾਂ ਡਿਟੇਲ ਦੇ ਵਿੱਚ ਡਿਸਕਸ਼ਨ ਕਰਨਾ ਹੈਗਾ। ਤਾਂ ਸਟਾਰਟ ਕਰਦੇ ਹਾਂ ਜੀ ਪਹਿਲੀ ਜਨਰੇਸ਼ਨ ਤੋਂ। ਜਿਹੜੀ ਪਹਿਲੀ ਜਨਰੇਸ਼ਨ ਹੈ ਉਹ 1940 ਤੋਂ ਲੈ ਕੇ 1956 ਤੱਕ ਰਹੀ ਹੈ। ਇਹ ਕਈ ਬੁੱਕਾਂ 'ਤੇ ਹੋਰ ਵੀ ਕੁਛ ਲਿਖਿਆ ਹੋਇਆ, ਅਲੱਗ-ਅਲੱਗ ਬੁੱਕਸ ਨੇ ਜਿਹੜੀਆਂ ਉਹਨਾਂ 'ਤੇ ਇਹ ਡੇਟ ਅਲੱਗ-ਅਲੱਗ ਮੈਂਸ਼ਨ ਕੀਤੀ ਹੋਈ ਹੈਗੀ। ਤਾਂ ਇਹਦੇ ਵਿੱਚ ਤੁਸੀਂ ਜ਼ਿਆਦਾ ਕਨਫਿਊਜ਼ ਨਹੀਂ ਹੋਣਾ, ਇਹ ਲਗਭਗ ਇਹੀ ਹੈਗੀ 1940 ਤੋਂ ਲੈ ਕੇ 1956 ਦੇ ਵਿੱਚ। ਜਿਹੜੇ ਫਸਟ ਜਨਰੇਸ਼ਨ ਕੰਪਿਊਟਰ ਸੀਗੇ, ਇਹਨਾਂ ਦੇ ਵਿੱਚ ਵੈਕਿਊਮ ਟਿਊਬਸ, ਇਹ ਦੇਖ ਰਹੇ ਹੋ ਤੁਸੀਂ ਜਿਹੜੀ ਡਾਇਗਰਾਮ ਹੈ ਵੈਕਿਊਮ ਟਿਊਬਸ ਦੀ ਹੈ। ਵੈਕਿਊਮ ਟਿਊਬਸ ਯੂਜ਼ ਕੀਤੀਆਂ ਜਾਂਦੀਆਂ ਸੀਗੀਆਂ, ਜਿਨ੍ਹਾਂ ਦਾ ਸਾਈਜ਼ ਕਾਫੀ ਜ਼ਿਆਦਾ ਲਾਰਜ ਹੁੰਦਾ ਸੀਗਾ, ਜਿਸ ਕਾਰਨ ਇਹ ਕੰਪਿਊਟਰ ਸੀ ਇਹਨਾਂ ਦਾ ਸਾਈਜ਼ ਵੀ ਕਾਫੀ ਜ਼ਿਆਦਾ ਲਾਰਜ ਹੁੰਦਾ ਸੀ। ਤੁਸੀਂ ਦੇਖ ਸਕਦੇ ਹੋ ਇੱਕ ਰੂਮ ਦੇ ਕਾਰ ਜਿੰਨਾ ਇਸ ਦਾ ਸਾਈਜ਼ ਸੀਗਾ। ਅਤੇ ਇਹਨੂੰ ਮੇਨਟੇਨ ਕਰਨ ਲਈ ਲਗਾਤਾਰ AC ਦੀ ਵੀ ਰਿਕੁਆਇਰਮੈਂਟ ਪੈਂਦੀ ਸੀਗੀ। ਆਪਾਂ ਪੜ੍ਹਦੇ ਹਾਂ ਇਹਦੇ ਬਾਰੇ। ਫਸਟ ਜਨਰੇਸ਼ਨ ਦੇ ਵਿੱਚ ਕੀ ਹੁੰਦਾ ਸੀਗਾ, ਵੈਕਿਊਮ ਟਿਊਬਸ ਦਾ ਯੂਜ਼ ਹੋਇਆ ਹੈਗਾ। ਅਤੇ ਇਹਦੇ ਵਿੱਚ ਪੰਚ ਕਾਰਡ ਜਿਹੜੇ ਹੁੰਦੇ ਸੀਗੇ, ਪੰਚ ਕਾਰਡ 'ਤੇ ਕੋਈ ਵੀ ਆਪਾਂ ਪਿੱਛੇ ਜੇ ਕਲਾਸ 'ਚ ਕੀਤਾ ਸੀਗਾ ਬੈਚ ਪ੍ਰੋਸੈਸਿੰਗ ਦੇ ਵਿੱਚ, ਪੰਚ ਕਾਰਡ ਦੇ ਉੱਤੇ ਕੋਈ ਵੀ ਇਨਪੁੱਟ ਜਿਹੜੀ ਦਿੱਤੀ ਜਾਂਦੀ ਸੀਗੀ, ਬਾਅਦ 'ਚੋਂ ਉਹ CPU 'ਤੇ ਪ੍ਰੋਸੈਸ ਕਰਦਾ ਸੀਗਾ ਅਤੇ ਆਊਟਪੁੱਟ ਪ੍ਰਿੰਟ ਆਊਟ ਦੇ ਰੂਪ ਦੇ ਵਿੱਚ ਸ਼ੋ ਹੁੰਦੀ ਸੀਗੀ। ਇਹ ਸਾਇੰਟੀਫਿਕ ਕੰਮਾਂ ਦੇ ਲਈ ਯੂਜ਼ ਹੁੰਦਾ ਸੀਗਾ। ਇਹਦੇ ਵਿੱਚ ਬਾਈਨਰੀ ਕੋਡ, ਜਿਹੜੀ ਬਾਈਨਰੀ ਲੈਂਗੁਏਜ ਹੈ, ਜਿਹੜੀ ਮਸ਼ੀਨ ਲੈਂਗੁਏਜ ਹੈ, ਬਾਈਨਰੀ ਲੈਂਗੁਏਜ 0 ਅਤੇ 1 ਦੀ ਫਾਰਮ ਦੇ ਵਿੱਚ ਜਿਹੜਾ ਡਾਟਾ ਉਹ ਰੀਡ ਇਨਪੁੱਟ ਜਾਂ ਆਊਟਪੁੱਟ ਮਿਲਦਾ ਸੀ ਆਪਾਂ ਨੂੰ। ਇਹਨੂੰ ਐਕਸਪਰਟ ਬੰਦਾ ਹੀ ਸਮਝ ਸਕਦਾ ਸੀ ਵੀ ਕਿ ਇਹਨੇ ਇਨਪੁੱਟ ਕਿਵੇਂ ਦੇਣੀ ਹੈ, ਆਊਟਪੁੱਟ ਕਿਵੇਂ ਸ਼ੋ ਹੁੰਦੀ ਹੈ। ਅਤੇ ਇਹਦੇ ਵਿੱਚ ਐਗਜ਼ਾਮਪਲ ਕਿਹੜੀਆਂ ਉਸ ਟਾਈਮ ਸੀਗੇ, ਇਹ ਅਨਿਕ ਹੈਗਾ, ਐਡੀਵੈਕ ਹੈਗਾ, ਐਡੀਸੈਕ ਹੈਗਾ, IBM 701 ਹੈ ਐਂਡ ਮੈਨਚੈਸਟਰ ਮਾਰਕ 1। ਇਹ ਐਗਜ਼ਾਮਪਲ ਨੇਗੇ ਫਸਟ ਜਨਰੇਸ਼ਨ ਕੰਪਿਊਟਰ ਦੀਆਂ। ਐਡਵਾਂਟੇਜ ਕੀ ਸੀਗੀਆਂ ਇਹਦੇ ਵਿੱਚ, ਉਸ ਦੇ ਵਿੱਚ ਐਗਜ਼ਾਮਪਲ ਇਹ ਸੀਗਾ, ਇਹਦੇ ਵਿੱਚ ਜਿਹੜੇ ਵੈਕਿਊਮ ਟਿਊਬਸ ਯੂਜ਼ ਕੀਤੀਆਂ ਜਾਂਦੀਆਂ ਸੀਗੀਆਂ, ਜਿਹੜੀਆਂ ਕਿ ਕੰਪਿਊਟਰ ਨੂੰ ਮਿਲੀ ਸਕਿੰਟ ਦੇ ਵਿੱਚ ਕੈਲਕੂਲੇਸ਼ਨ ਕਰਨ ਲਈ ਯੂਜ਼ ਕੀਤੀਆਂ ਜਾਂਦੀਆਂ ਸੀਗੀਆਂ। ਕਾਫੀ ਸਪੀਡ ਸੀ ਇਹਨਾਂ ਵਿੱਚ ਕੈਲਕੂਲੇਸ਼ਨ ਦੀ। ਡਿਸਐਡਵਾਂਟੇਜ ਇਹਦੇ ਵਿੱਚ ਇਹ ਸੀਗੀਆਂ, ਅਤੇ ਇੱਕ ਤਾਂ ਇਹਦਾ ਸਾਈਜ਼ ਕਾਫੀ ਲਾਰਜ ਹੋ ਗਿਆ ਸੀਗਾ, ਵੇਟ ਜਿਹੜਾ 30 ਟਨ ਦੇ ਲਗਭਗ ਕਾਫੀ ਜ਼ਿਆਦਾ ਇਹਦਾ ਵੇਟ ਹੋ ਗਿਆ ਸੀਗਾ। ਇਹਨੂੰ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਮੂਵ ਕਰਨਾ ਕਾਫੀ ਮੁਸ਼ਕਿਲ ਸੀਗਾ। ਅਤੇ ਇਹਦੇ ਵਿੱਚ ਜਿਹੜਾ ਸੀਗਾ ਵੈਕਿਊਮ ਟਿਊਬਸ ਲਗਾਤਾਰ ਮੱਚ ਜਾਂਦੀ ਸੀ, ਤਾਂ ਬਾਰ-ਬਾਰ ਬਦਲਣ ਦੀ ਲੋੜ ਪੈਂਦੀ ਸੀਗੀ, ਤਾਂ ਕਿ ਇਹ ਵੀ ਡਿਸਐਡਵਾਂਟੇਜ ਰਹੀ ਹੈਗੀ। ਅਤੇ ਕਾਫੀ ਕੋਸਟਲੀ ਵੀ ਸੀਗੇ ਇਹ ਵੈਕਿਊਮ ਟਿਊਬ ਦਾ ਜਿਹੜਾ ਯੂਜ਼ ਹੈਗਾ, ਕਾਫੀ ਮਹਿੰਗਾ ਪੈਂਦਾ ਸੀ ਸਾਨੂੰ, ਤਾਂ ਕਰਕੇ ਇਹ ਕੰਪਿਊਟਰ ਕਾਫੀ ਕੋਸਟਲੀ ਸੀਗੇ। ਇਹਦੇ ਵਿੱਚ ਜਿਹੜੀ ਮੈਮਰੀ ਸੀਗੀ ਉਹ ਕਾਫੀ ਘੱਟ ਇਨਫੋਰਮੇਸ਼ਨ ਆਪਾਂ ਸਟੋਰ ਕਰ ਸਕਦੇ ਸੀਗੇ, ਕਿਉਂਕਿ ਇਹਦੇ ਵਿੱਚ ਮੈਗਨੇਟਿਕ ਡਰਮਸ ਯੂਜ਼ ਕੀਤੇ ਜਾਂਦੇ ਸੀਗੇ। ਦੀ ਫਸਟ ਜਨਰੇਸ਼ਨ ਕੰਪਿਊਟਰ ਇਨਵੋਲਵ ਵੈਕਿਊਮ ਟਿਊਬਸ। ਠੀਕ ਹੈ, ਡਿਸਐਡਵਾਂਟੇਜ ਇਹ ਸੀਗੀ ਕਿ ਵੈਕਿਊਮ ਟਿਊਬਸ ਰਿਕੁਆਇਰ ਲਾਰਜ ਕੂਲਿੰਗ। ਇਹਦੇ ਵਿੱਚ ਲਗਾਤਾਰ ਸਾਨੂੰ AC ਦੀ ਰਿਕੁਆਇਰਮੈਂਟ ਪੈਂਦੀ ਸੀਗੀ, ਜਿਸ ਨਾਲ ਕਿ ਇਹਦਾ ਜਿਹੜਾ ਜ਼ਿਆਦਾ ਗਰਮ ਹੋ ਕੇ ਵੈਕਿਊਮ ਟਿਊਬਸ ਨੇ ਜਿਹੜੇ ਫਿਊਜ਼ ਨਾ ਹੋ ਜਾਣ, ਤਾਂ ਕਰਕੇ ਲਗਾਤਾਰ ਸਾਨੂੰ AC ਦੀ ਲੋੜ ਪੈਂਦੀ ਸੀ ਕੰਪਿਊਟਰਸ ਦੇ ਵਿੱਚ। ਇਹਨਾਂ ਵਿੱਚ ਲਿਮਿਟਡ ਪ੍ਰੋਗਰਾਮ ਜਿਹੜੇ ਆਪਾਂ ਰੱਖ ਸਕਦੇ ਸੀਗੇ। ਪੰਚ ਕਾਰਡਸ ਦਾ ਯੂਜ਼ ਹੁੰਦਾ ਸੀਗਾ, ਮਾਊਸ ਵਗੈਰਾ ਨਹੀਂ ਸੀ ਉਸ ਟਾਈਮ ਇਨਪੁੱਟ ਦੇਣ ਲਈ। ਉਸ ਟਾਈਮ ਕੀ ਪੰਚ ਕਾਰਡ 'ਤੇ ਇਨਪੁੱਟ ਦਿੱਤੀ ਜਾਂਦੀ ਸੀਗੀ, ਉਹ CPU ਕੋਲ ਜਾਂਦੀ ਸੀਗੀ ਅਤੇ ਉਹ 'ਤੇ ਪ੍ਰੋਸੈਸਿੰਗ ਹੁੰਦੀ ਸੀਗੀ। ਇਹਦੇ ਵਿੱਚ ਐਨਰਜੀ ਦਾ ਕਾਫੀ ਕੰਜੰਪਸ਼ਨ ਹੁੰਦੀ ਸੀਗੀ, ਕਾਫੀ ਇਲੈਕਟ੍ਰੀਸਿਟੀ ਦੀ ਲੋੜ ਪੈਂਦੀ ਸੀਗੀ ਇਹਨਾਂ ਕੰਪਿਊਟਰਸ ਨੂੰ ਚਲਾਉਣ ਲਈ।
ਤੇ ਇਹ ਰਿਲਾਇਬਲ ਨਹੀਂ ਸੀਗੇ, ਲਗਾਤਾਰ ਇਹਨਾਂ ਨੂੰ ਮੇਨਟੇਨ ਕਰਨ ਦੀ ਲੋੜ ਪੈਂਦੀ ਸੀ, ਦੇਖਭਾਲ ਮੇਨਟੇਨ ਦਾ ਮਤਲਬ ਲਗਾਤਾਰ ਇਹਨਾਂ ਨੂੰ ਦੇਖਭਾਲ ਦੀ ਲੋੜ ਪੈਂਦੀ ਸੀ ਵੀ ਇਹ ਚੀਜ਼ ਤਾਂ ਨਹੀਂ ਖਰਾਬ ਹੋ ਗਈ, ਕਿਤੇ ਇਹ ਚੀਜ਼ ਤਾਂ ਨਹੀਂ ਮੱਚ ਗਈ, ਜਾਂ ਕੁਛ ਦੇਖਣਾ ਪੈਂਦਾ ਸੀ ਲਗਾਤਾਰ ਇਹਨਾਂ ਨੂੰ। ਅੱਗੇ ਗੱਲ ਕਰਦੇ ਹਾਂ ਜੀ ਸੈਕੰਡ ਜਨਰੇਸ਼ਨ ਦੀ। ਸੈਕੰਡ ਜਨਰੇਸ਼ਨ ਹੈ ਜਿਹੜੀ 1956 ਤੋਂ ਲੈ ਕੇ 1963 ਤੱਕ ਰਹੀ ਹੈਗੀ। ਸੈਕੰਡ ਜਨਰੇਸ਼ਨ ਦੇ ਵਿੱਚ ਕੀ ਹੋ ਗਿਆ ਸੀਗਾ, ਵੈਕਿਊਮ ਟਿਊਬ ਸੀਗੀਆਂ ਉਹਨਾਂ ਨੂੰ ਰਿਪਲੇਸ ਕਰਤਾ ਸੀਗਾ ਟਰਾਂਜਿਸਟਰਸ ਨੇ। ਇਹ ਦੇਖੋ ਤੁਸੀਂ ਟਰਾਂਜਿਸਟਰ ਦਾ ਡਾਇਗਰਾਮ, ਇਹ ਟਰਾਂਜਿਸਟਰਸ ਨੇ। ਇਹ ਟਰਾਂਜਿਸਟਰ ਜਿਹੜੇ ਸੀਗੇ ਵੈਕਿਊਮ ਟਿਊਬ ਤੋਂ ਕਾਫੀ ਛੋਟੇ ਸੀਗੇ, ਤਾਂ ਕਰਕੇ ਇਹ ਕੰਪਿਊਟਰ ਜਿਹੜਾ ਆਇਆ ਸੀਗਾ ਇਹਦਾ ਸਾਈਜ਼ ਸੈਕੰਡ ਜਨਰੇਸ਼ਨ ਦੇ ਵਿੱਚ ਕਾਫੀ ਘਟ ਗਿਆ ਸੀਗਾ। ਟਰਾਂਜਿਸਟਰ ਜਿਹੜੇ ਸੀਗੇ ਸਮਾਲ ਹੋਣ ਕਰਕੇ ਤੇ ਇਹ ਫਾਸਟ ਵੀ ਜ਼ਿਆਦਾ ਸੀਗੇ ਐਜ਼ ਕੰਪੇਅਰ ਗੱਲ ਕਰੀਏ ਆਪਾਂ ਵੈਕਿਊਮ ਟਿਊਬਸ ਦੀ। ਟਰਾਂਜਿਸਟਰ ਜਿਹੜੀ ਖੋਜ ਕੀਤੀ ਸੀਗੀ ਉਹਨਾਂ ਵਿੱਚ ਸੀਗਾ ਜੋਹਨ ਵਾਰਡਿਨ, ਵਾਲਟਰ ਵਰਟੇਨ, ਵਿਲੀਅਮ ਸਕੋਟਲੇ। ਇਹਨਾਂ ਨੇ ਬੈਲ ਲੈਬ ਦੇ ਵਿੱਚ 23 ਦਸੰਬਰ 1947 ਦੇ ਵਿੱਚ ਇਹਨਾਂ ਦੀ ਖੋਜ ਕੀਤੀ ਸੀਗੀ। ਟਰਾਂਜਿਸਟਰ ਕਿਹਦੇ ਬਣੇ ਹੁੰਦੇ ਨੇਗੇ, ਇਹ ਸੈਮੀ ਕੰਡਕਟਰ ਨੇਗੇ। ਟਰਾਂਜਿਸਟਰ ਕੁਐਸਚਨ ਆਉਂਦਾ ਜਿਹੜਾ ਹੈਗਾ ਟਰਾਂਜਿਸਟਰ ਕਿਨੇ, ਇਹ ਸੈਮੀ ਕੰਡਕਟਰ ਹੁੰਦੇ ਨੇਗੇ, ਠੀਕ ਹੈ ਜੀ, ਬਿਜਲੀ ਦੇ ਅਰਧ ਚਾਲਕ। ਠੀਕ ਹੈ, ਅੱਗੇ ਗੱਲ ਕਰਦੇ ਹੈਗੇ ਇਹਦੀਆਂ ਐਡਵਾਂਟੇਜ ਦੀ। ਇਹਦੇ ਵਿੱਚ ਵੈਕਿਊਮ ਟਿਊਬਸ ਦੀ ਜਗ੍ਹਾ ਜਿਹੜੇ ਟਰਾਂਜਿਸਟਰ ਯੂਜ਼ ਹੋਣ ਲੱਗੇ ਸੀ, ਤਾਂ ਕਰਕੇ ਇਹਦਾ ਸਾਈਜ਼ ਹੈ ਜਿਹੜਾ ਉਹ ਕਾਫੀ ਘਟ ਗਿਆ ਸੀ ਫਸਟ ਜਨਰੇਸ਼ਨ ਕੰਪਿਊਟਰ ਦੇ ਮੁਕਾਬਲੇ। ਇਹਦੇ ਵਿੱਚ ਐਨਰਜੀ ਦਾ ਵੀ ਘੱਟ ਯੂਜ਼ ਹੋਣ ਲੱਗਾ ਸੀ, ਕਿਉਂਕਿ ਵੈਕਿਊਮ ਟਿਊਬਸ ਜਿਹੜੀਆਂ ਉਹਦੇ ਵਿੱਚ ਐਨਰਜੀ ਕਾਫੀ ਲੋੜ ਪੈਂਦੀ ਸੀਗੀ, ਤੇ ਸੈਕੰਡ ਜਨਰੇਸ਼ਨ ਦੇ ਵਿੱਚ ਟਰਾਂਜਿਸਟਰ ਯੂਜ਼ ਹੋਣ ਕਰਕੇ ਇਹਦਾ ਜਿਹੜਾ ਹੈਗਾ ਐਨਰਜੀ ਦੀ ਘੱਟ ਯੂਜ਼ ਹੋਣ ਲੱਗ ਸੀ। ਲੈਂਗੁਏਜ ਇਹਦੇ ਵਿੱਚ ਅਸੈਂਬਲੀ ਲੈਂਗੁਏਜ ਯੂਜ਼ ਹੁੰਦੀ ਸੀਗੀ, ਐਂਡ ਪੰਚ ਕਾਰਡ ਵੀ ਯੂਜ਼ ਹੁੰਦੇ ਸੀਗੇ ਇਨਪੁਟ ਦੇ ਲਈ। ਇਹਨਾਂ ਦੀ ਕਾਸਟ ਕਾਫੀ ਲੋ ਸੀਗੀ ਫਸਟ ਜਨਰੇਸ਼ਨ ਕੰਪਿਊਟਰ ਨੂੰ। ਬੈਟਰ ਸਪੀਡ ਸੀਗੀ, ਕੈਲਕੂਲੇਟ ਡਾਟਾ ਇਨ ਮਾਈਕਰੋ ਸੈਕੰਡਸ। ਕੰਪਿਊਟਰ ਦੀ ਜਿਹੜੀ ਸਪੀਡ ਸੀ ਸੈਕਿੰਡਾਂ ਦੇ ਵਿੱਚ ਵੱਧ ਗਈ ਸੀ ਪਹਿਲਾਂ ਵਾਲੇ ਨਾਲੋਂ। ਇੱਕ ਥਾਂ ਤੋਂ ਦੂਜੀ ਬੈਟਰ ਪੋਰਟੇਬਿਲਿਟੀ ਐਜ਼ ਕੰਪੇਅਰ ਟੂ ਫਸਟ, ਮਤਲਬ ਕਿ ਸਹੀ ਸੀਗੇ ਪਹਿਲਾਂ ਵਾਲੇ ਕੰਪਿਊਟਰ ਤੋਂ। ਪੋਰਟੇਬਲ ਇੱਕ ਦੂਜੇ ਨੂੰ ਦੂਜੀ ਥਾਂ ਠੀਕ ਸੀ ਇਹਨਾਂ ਦਾ ਥੋੜ੍ਹਾ ਜਿਹਾ ਪਹਿਲਾਂ ਵਾਲੇ ਕੰਪਿਊਟਰਸ ਦੀ ਗੱਲ ਕਰੀਏ ਤਾਂ। ਡਿਸਐਡਵਾਂਟੇਜ, ਇਹਦੀ ਡਿਸਐਡਵਾਂਟੇਜ ਕੀ ਸੀਗੀਆਂ, ਇਹਦੇ ਵਿੱਚ ਹੈਗਾ ਕੂਲਿੰਗ ਦੀ ਲਗਾਤਾਰ ਇਹਨੂੰ ਲੋੜ ਪੈਂਦੀ ਸੀ, ਏਸੀ ਦੀ ਲੋੜ ਪੈਂਦੀ ਸੀ, ਲਗਾਤਾਰ ਇਹਨੂੰ ਮੇਨਟੇਨੈਂਸ ਦੀ ਲੋੜ ਪੈਂਦੀ ਸੀਗੀ, ਅਤੇ ਸਿਰਫ ਸਪੈਸੀਫਿਕ ਕੰਮਾਂ ਦੇ ਲਈ ਇਹਦਾ ਯੂਜ਼ ਹੁੰਦਾ ਸੀਗਾ ਸੈਕੰਡ ਜਨਰੇਸ਼ਨ ਕੰਪਿਊਟਰਸ ਦੇ। ਐਗਜ਼ਾਮਪਲ ਕਿਹੜੇ ਨੇਗੇ ਸੈਕੰਡ ਜਨਰੇਸ਼ਨ ਦੇ ਵਿੱਚ, ਹਨੀਵੈਲ 400, IBM 7094, CDC 1604, CDC 3700, ਯੂਨੀਵੈਕ 1108 ਤੇ ਹੋਰ ਵੀ ਕਈ ਇਹਦੇ ਵਿੱਚ ਯੂਜ਼ ਹੁੰਦੇ ਸੀ। ਥਰਡ ਜਨਰੇਸ਼ਨ ਕੰਪਿਊਟਰ 1964 ਤੋਂ ਲੈ ਕੇ 1971 ਤੱਕ ਦੀ ਜਿਹੜੀ ਜਨਰੇਸ਼ਨ ਸੀਗੀ ਕੰਪਿਊਟਰ ਆਏ ਨੇਗੇ ਉਹ ਥਰਡ ਜਨਰੇਸ਼ਨ ਦੇ ਵਿੱਚ ਕੰਸੀਡਰ ਕੀਤੇ ਜਾਂਦੇ ਨੇਗੇ। ਇਹ ਕੀ ਥਰਡ ਜਨਰੇਸ਼ਨ ਕੰਪਿਊਟਰ ਦੇ ਵਿੱਚ ਕੀ ਹੋਇਆ ਸੀਗਾ, ਜਿਹੜੇ ਟਰਾਂਜਿਸਟਰਸ ਨੇ ਇਹਨਾਂ ਦੀ ਜਗ੍ਹਾ IC ਇੰਟੀਗ੍ਰੇਟਡ ਸਰਕਟਸ, ਇਹ ਕੁਝ ਤੁਹਾਨੂੰ ਫੁੱਲ ਫਾਰਮ ਵੀ ਆਉਂਦੀ ਹੈ, ICs ਦਾ ਯੂਜ਼ ਹੋਣ ਲੱਗ ਗਿਆ ਸੀਗਾ। ICs ਆਹ ਦੇਖ ਸਕਦੇ ਹੋ ਤੁਸੀਂ, IC ਨੇ ਇਹ, ਠੀਕ ਹੈ, ਇਹਨਾਂ ਦਾ ਯੂਜ਼ ਹੋਣ ਲੱਗ ਗਿਆ ਸੀਗਾ। IC ਕਿਹਨੇ ਇਨਵੈਂਟ ਕੀਤੇ ਸੀਗੇ, ਰੋਬਰਟ ਨੋਇਕ ਤੇ ਜੈਕ ਕਲਵਾਏ ਨੇ 1958 ਤੋਂ 1959 ਦੇ ਵਿੱਚ ਇਹਨਾਂ ਦੀ ਇਨਵੈਂਸ਼ਨ ਕੀਤੀ ਸੀਗੀ। IC ਜਿਹੜੇ ਹੈਗੇ ਨੇਗੇ ਕਾਫੀ ਸਾਈਜ਼ 'ਚ ਛੋਟੇ ਸੀਗੇ, ਠੀਕ ਹੈ, ਤਾਂ ਕਰਕੇ ਇਹਨਾਂ ਦਾ ਸਾਈਜ਼ ਕਾਫੀ ਘੱਟ ਗਿਆ ਸੀ। ਇਹ ਤੁਸੀਂ ਦੇਖ ਸਕਦੇ ਹੋ ਥਰਡ ਜਨਰੇਸ਼ਨ ਕੰਪਿਊਟਰ ਦੀ ਐਗਜ਼ਾਮਪਲ ਹੈਗੀ। ਥਰਡ ਜਨਰੇਸ਼ਨ ਕੰਪਿਊਟਰ, ਇਹ ਥਰਡ ਜਨਰੇਸ਼ਨ ਕੰਪਿਊਟਰ ਹੈਗਾ। ਐਗਜ਼ਾਮਪਲ ਕਿਹੜੇ ਨੇ, PDP 8, PDP 11, ICL 2900, IBM 360, IBM 370 ਇਹਦੀਆਂ ਐਗਜ਼ਾਮਪਲ ਨੇ ਥਰਡ ਜਨਰੇਸ਼ਨ ਕੰਪਿਊਟਰ ਦੀਆਂ। ਐਡਵਾਂਟੇਜ ਕੀ ਸੀਗੀਆਂ, ਇਹਦੇ ਵਿੱਚ ਸਟੋਰੇਜ ਕੰਪੈਸਿਟੀ ਜਿਹੜੀ ਹੈ ਪਹਿਲਾਂ ਵਾਲੇ ਦੋ ਜਨਰੇਸ਼ਨ ਦੇ ਮੁਕਾਬਲੇ ਕਾਫੀ ਜ਼ਿਆਦਾ ਵੱਧ ਚੁੱਕੀ ਸੀਗੀ। ਇਹਦੇ ਵਿੱਚ ਪੰਚ ਕਾਰਡ, ਪਹਿਲੇ ਦੋ ਜਨਰੇਸ਼ਨ ਦੇ ਵਿੱਚ ਪੰਚ ਕਾਰਡ ਦਾ ਯੂਜ਼ ਹੁੰਦਾ ਸੀ, ਇਹਦੇ ਵਿੱਚ ਮਾਊਸ ਤੇ ਕੀਬੋਰਡ ਦਾ ਯੂਜ਼ ਹੋਣ ਲੱਗਾ ਸੀ ਐਜ਼ ਏ ਇਨਪੁਟ ਦੇਣ ਲਈ। ਦੇ ਯੂਜ਼ਡ ਐਡ ਆਪਰੇਟਿੰਗ ਸਿਸਟਮ ਫॉर ਬੈਟਰ ਸੋਰਸ ਮੈਨੇਜਮੈਂਟ, ਇਹਦੇ ਵਿੱਚ ਆਪਰੇਟਿੰਗ ਸਿਸਟਮ ਦਾ ਯੂਜ਼ ਹੋਣ ਲੱਗਾ ਸੀਗਾ, ਮੈਨੇਜਮੈਂਟ ਐਂਡ ਕੰਸੈਪਟ ਟਾਈਮ ਸ਼ੇਅਰਿੰਗ ਤੇ ਮਲਟੀ ਪ੍ਰੋਗਰਾਮਿੰਗ ਦਾ ਕੰਸੈਪਟ। ਟਾਈਮ ਸ਼ੇਅਰਿੰਗ ਵੀ ਥੋੜ੍ਹਾ ਟਾਈਮ ਆਪਾਂ ਨੇ ਕੀਤਾ ਪਿੱਛੇ ਜੇ ਆਪਰੇਟਿੰਗ ਸਿਸਟਮ ਦੇ ਵਿੱਚ, ਟਾਈਮ ਸ਼ੇਅਰਿੰਗ ਦਾ ਕੰਸੈਪਟ ਤੇ ਮਲਟੀਪਲ ਪ੍ਰੋਗਰਾਮ ਦਾ ਕੰਸੈਪਟ ਇਹ ਥਰਡ ਜਨਰੇਸ਼ਨ ਦੇ ਵਿੱਚ ਆ ਚੁੱਕਿਆ ਸੀ। ਇਹਨਾਂ ਦੇ ਵਿੱਚ ਜਿਹੜਾ ਕੰਪਿਊਟਰ ਦੇ ਵਿੱਚ ਸਪੀਡ ਕਾਫੀ ਜਿਹੜੀ ਵੱਧ ਚੁੱਕੀ ਸੀਗੀ, ਮਾਈਕਰੋ ਸੈਕਿੰਡ ਤੋਂ ਨੈਨੋ ਸੈਕਿੰਡਸ ਦੇ ਵਿੱਚ ਜਿਹੜਾ ਸਪੀਡ ਇਹਦੇ ਵਿੱਚ ਕੈਲਕੂਲੇਸ਼ਨ ਦੀ ਆ ਚੁੱਕੀ ਸੀ, ਤੇ ਕਾਫੀ ਜ਼ਿਆਦਾ ਇਹ
ਵਧੀਆ ਸੀ ਪਹਿਲੀਆਂ ਦੋ ਜਨਰੇਸ਼ਨਸ ਤੋਂ। ਡਿਸਐਡਵਾਂਟੇਜ ਕੀ ਸੀਗੀਆਂ? ਆਈਸੀ ਨੂੰ ਮੇਨਟੇਨ ਕਰਨਾ ਕਾफ़ੀ ਡਿਫੀਕਲਟ ਸੀਗਾ, ਇਹਨਾਂ ਨੂੰ ਲਗਾਤਾਰ ਮੇਨਟੇਨ ਕਰਨਾ ਪੈਂਦਾ ਸੀਗਾ। ਆਈਸੀ ਚਿਪਸ ਸੀਗੀਆਂ ਜਿਹੜੀਆਂ ਇਹਦੇ ਲਈ ਵੀ 에ਅਰ ਕੰਡੀਸ਼ਨ ਦੀ ਲੋੜ ਪੈਂਦੀ ਸੀ ਕਿਉਂਕਿ ਇਹ ਵੀ ਗਰਮ ਹੋ ਜਾਂਦੇ ਸੀ। ਅੱਗੇ ਗੱਲ ਕਰਦੇ ਹਾਂ ਜੀ 4th ਜਨਰੇਸ਼ਨ ਦੀ। ਇਹ 1972 ਤੋਂ ਲੈ ਕੇ 2010 ਤੱਕ ਜਿਹੜੀ ਮੰਨੀ ਗਈ ਆ 4th ਜਨਰੇਸ਼ਨ ਹੈ। ਕਈ ਬੁੱਕਸ 'ਤੇ ਇਹ ਅਲੱਗ ਦਿੱਤੀ ਹੋਈ ਹੈ, ਇਹਦੇ ਵਿੱਚ ਆਪਾਂ ਨੇ ਜ਼ਿਆਦਾ ਉਲਝਣਾ ਨਹੀਂ। ਇਹਦੇ ਵਿੱਚ LSIC ਲਾਰਜ ਸਕੇਲ ਇੰਟੀਗ੍ਰੇਟਡ ਸਰਕਟਸ ਦਾ ਯੂਜ਼ ਹੋਣ ਲੱਗ ਗਿਆ ਸੀਗਾ। 4th ਜਨਰੇਸ਼ਨ ਦੇ ਵਿੱਚ LSIC ਦਾ ਯੂਜ਼ ਹੋਣ ਲੱਗ ਗਿਆ ਸੀਗਾ। ਅਤੇ ਇਨਵੈਂਸ਼ਨ ਹੋ ਚੁੱਕੀ ਸੀਗੀ ਮਾਈਕਰੋ ਪ੍ਰੋਸੈਸਰ ਦੀ। ਆਹ ਦੇਖ ਸਕਦੇ ਹੋ ਤੁਸੀਂ, ਆਹ ਮਾਈਕਰੋ ਪ੍ਰੋਸੈਸਰ ਹੈ, ਇਹਦੀ ਇਨਵੈਂਸ਼ਨ ਹੋ ਚੁੱਕੀ ਸੀਗੀ। ਅਤੇ ਇਸ ਨਾਲ ਕੀ ਹੋਇਆ ਸੀ, ਕੰਪਿਊਟਰਸ ਦੀ ਜਿਹੜੀ ਸਪੀਡ ਹੈਗੀ ਉਹ ਕਾफ़ੀ ਵੱਧ ਚੁੱਕੀ ਸੀ ਅਤੇ ਸਾਈਜ਼ ਹੈ ਕਾफ़ੀ ਜ਼ਿਆਦਾ ਘੱਟ ਚੁੱਕਿਆ ਸੀਗਾ। ਅਤੇ ਇਹਦੇ ਵਿੱਚ ਲੈਪਟਾਪ ਦੀ ਇੰਟਰੋਡਕਸ਼ਨ ਵੀ ਹੋ ਚੁੱਕੀ ਸੀ ਕਿਉਂਕਿ ਸਾਈਜ਼ ਕਾफ़ੀ ਘੱਟ ਚੁੱਕਿਆ ਸੀ, ਤਾਂ ਲੈਪਟਾਪ ਕੰਪਿਊਟਰਸ ਦੇ ਵੀ ਯੂਜ਼ ਹੋਣ ਲੱਗ ਗਏ ਸੀਗੇ। ਸਾਰਿਆਂ ਨਾਲੋਂ ਪਹਿਲਾਂ ਜਿਹੜਾ ਸਮ ਆਫ ਦੀ ਅਰਲੀਸਟ ਕੰਪਿਊਟਰ ਟੂ ਯੂਜ਼ ਦੀ ਮਾਈਕਰੋ ਪ੍ਰੋਸੈਸਰ ਇੰਕਲੂਡ ਐਂਟਰ 8800, ਇਹ ਸੀਗਾ IBM 5100। ਅਤੇ ਇਹਨਾਂ ਨੇ ਇਹ ਜਿਹੜਾ ਸਾਰਿਆਂ ਨਾਲੋਂ ਪਹਿਲਾਂ ਮਾਈਕਰੋ ਪ੍ਰੋਸੈਸਰ ਯੂਜ਼ ਕੀਤਾ ਸੀਗਾ। ਇਹ 2010 ਤੱਕ ਕੰਸੀਡਰ ਕੀਤੀ ਜਾਂਦੀ ਹੈ 4th ਜਨਰੇਸ਼ਨ। ਪਹਿਲਾ ਜਿਹੜਾ ਮਾਈਕਰੋ ਪ੍ਰੋਸੈਸਰ ਹੈ ਉਹ ਬਣਾਇਆ ਸੀ ਇੰਟਲ ਕੰਪਨੀ ਨੇ। ਇਹਦਾ ਨਾਮ ਹੈਗਾ 4004, ਜਿਹੜਾ ਕਿ ਨਵੰਬਰ 15 1971 ਦੇ ਵਿੱਚ ਇੰਟਲ ਕੰਪਨੀ ਦੁਆਰਾ ਇੰਟਰੋਡਿਊਸ ਕੀਤਾ ਗਿਆ ਸੀ। ਐਗਜ਼ਾਮਪਲ ਕਿਹੜੇ ਨੇਗੀਆਂ 4th ਜਨਰੇਸ਼ਨ ਦੀਆਂ? IBM 4341, DEC 10, Star 1000, PUP 11 ਅਤੇ ਮੈਨੀ ਮੋਰ ਐਗਜ਼ਾਮਪਲ ਨੇ ਇਹਦੀਆਂ। ਤੋਂ ਬਾਅਦ ਆ ਗਿਆ ਜੀ ਆਪਣਾ 5th ਜਨਰੇਸ਼ਨ ਕੰਪਿਊਟਰ। 2010 ਤੋਂ ਬਾਅਦ ਜਿਹੜੇ ਵੀ ਕੰਪਿਊਟਰ ਆਏ ਨੇਗੇ ਉਹ 5th ਜਨਰੇਸ਼ਨ ਦੇ ਵਿੱਚ ਕੰਸੀਡਰ ਕੀਤੇ ਜਾਂਦੇ ਨੇ। ਇਹਨਾਂ ਦੇ ਵਿੱਚ ਕੀ ਆਇਆ ਸੀਗਾ, ਅਲਟਰਾ ਲਾਰਜ ਸਕੇਲ ਇੰਟੀਗ੍ਰੇਟਡ ਸਰਕਟਸ ਦਾ ਯੂਜ਼ ਹੋਣ ਲੱਗ ਗਿਆ ਸੀਗਾ, ULSI। ਠੀਕ ਹੈ। ਇਹਦੇ ਵਿੱਚ ਇੱਕ ਹੋਰ ਕੰਸੈਪਟ ਆਇਆ ਸੀ ਜਿਹੜਾ ਵੀ ਇਹਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਦਾ ਕੰਸੈਪਟ ਜਿਹੜਾ ਆਇਆ ਸੀਗਾ, AI ਕਹਿੰਦੇ ਨੇ ਇਹਨੂੰ, ਆਰਟੀਫਿਸ਼ੀਅਲ ਇੰਟੈਲੀਜੈਂਸੀ। ਹੋਰ ਕੀ ਹੋਇਆ ਸੀਗਾ, ਪਹਿਲਾਂ ਵਾਲੀ ਜਨਰੇਸ਼ਨ ਸੀ ਉਹ ਹਾਰਡਵੇਅਰ ਬੇਸ 'ਤੇ ਸੀਗੀਆਂ, ਪਰ ਜਿਹੜੀ 5th ਜਨਰੇਸ਼ਨ ਸੀ ਉਹਦੇ ਵਿੱਚ ਸੋਫਟਵੇਅਰ ਨੂੰ ਵੀ ਇਨਕਲੂਡ ਕੀਤਾ ਗਿਆ ਸੀ। ਇਸ ਤੋਂ ਬਾਅਦ ਜਿਹੜਾ 5th ਜਨਰੇਸ਼ਨ ਦੇ ਵਿੱਚ ਕੀਤਾ ਸੀਗਾ, ਮੈਮਰੀ ਅਤੇ ਇਹਦੀ ਸਪੀਡ ਹੈ ਜਿਹੜੀ ਕਾफ़ੀ ਵੱਧ ਚੁੱਕੀ ਸੀਗੀ, ਕੰਪਿਊਟਰ ਫਾਸਟ ਹੋ ਚੁੱਕੇ ਸੀਗੇ ਅਤੇ ਮਲਟੀਪਲ ਟਾਸਕਿੰਗ ਦਾ ਕੰਸੈਪਟ ਵੀ ਇਹਦੇ ਵਿੱਚ ਆਇਆ ਸੀਗਾ। ਇਹਨਾਂ ਵਿੱਚ ਕੀ ਹੋਇਆ ਸੀਗਾ, ਨੈਨੋ ਟੈਕਨੋਲੋਜੀ ਦਾ ਅਤੇ ਪੈਰਲਲ ਪ੍ਰੋਸੈਸਿੰਗ ਦਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਯੂਜ਼ ਹੋਣ ਲੱਗ ਗਿਆ ਸੀਗਾ। 5th ਜਨਰੇਸ਼ਨ ਦੇ ਵਿੱਚ ਜਿਵੇਂ ਰੋਬੋਟਸ ਵਗੈਰਾ, ਇਹਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਆ ਜਾਂਦੀ ਹੈ, ਜਿਹਦੇ ਵਿੱਚ ਆਪਾਂ ਇਹਦੇ ਵਿੱਚ ਆਟੋਮੈਟਿਕਲੀ ਕੋਈ ਵੀ ਕੰਮ ਕਰਵਾ ਸਕਦੇ ਹਾਂ ਇਹਨਾਂ ਤੋਂ, ਜਿਵੇਂ ਰੋਬੋਟਸ ਬਣਦੇ ਨੇ, ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੂਜ਼ ਹੁੰਦੇ ਇਹਨਾਂ ਦੇ ਵਿੱਚ। ਠੀਕ ਹੈ। ਅਤੇ ਇਹਨਾਂ ਦਾ ਜਿਹੜਾ ਸਾਈਜ਼ ਹੈ ਕਾफ़ੀ ਘੱਟ ਚੁੱਕਿਆ ਹੈਗਾ ਹੁਣ। ਵਨ ਆਫ ਦੀ ਮੋਰ ਵੈਲ ਨੋਨ ਐਗਜ਼ਾਮਪਲ ਆਫ AI ਇਨ ਕੰਪਿਊਟਰਸ, IBM's ਵਾਟਸਨ ਯੂਜ਼ ਕੀਤਾ ਸੀਗਾ ਇਹਨੇ। ਅਤੇ ਜਿਹੜਾ ਕੰਪਿਊਟਰ ਦੇ ਵਿੱਚ ਸਿਰੀ ਆਉਂਦਾ ਹੈਗਾ, ਜਿਵੇਂ ਐਪਲ ਦੇ ਜਿਹੜੇ ਵੀ PC ਆਉਂਦੇ ਨੇ ਜਾਂ ਆਈਫੋਨ ਆਉਂਦੇ ਨੇਗੇ, ਉਹਨਾਂ ਦੇ ਵਿੱਚ ਸਿਰੀ ਦਾ ਯੂਜ਼ ਹੁੰਦਾ ਹੈਗਾ, ਜਾਂ ਗੂਗਲ ਸਰਚ ਇੰਜਨ, ਇਹ ਵੀ ਕੀ ਨੇ, AI ਦੀ ਐਗਜ਼ਾਮਪਲਸ ਨੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ। ਐਗਜ਼ਾਮਪਲ ਕਿਹੜੇ ਨੇ ਇਹਦੇ ਅੰਡਰ? ਇੱਕ ਤਾਂ ਆ ਗਿਆ ਡੈਸਕਟਾਪ ਕੰਪਿਊਟਰ ਜਿਹੜੇ ਯੂਜ਼ ਕਰਦੇ ਆਪਾਂ ਘਰਾਂ 'ਚ, ਲੈਪਟਾਪ ਆ ਗਿਆ, ਨੋਟਬੁੱਕਸ, ਅਲਟਰਾ ਬੁੱਕਸ ਅਤੇ ਕਰੋਮ ਬੁੱਕਸ। ਐਡਵਾਂਟੇਜ ਕੀ ਨੇਗੀਆਂ ਇਹਦੀਆਂ? ਇਹ ਕੀ ਨੇਗੇ, ਮੋਰ ਰਿਲਾਈਬਲ ਐਂਡ ਵਰਕ ਫਾਸਟ। ਇਹ ਕੀ ਹੈਗਾ, ਇਹਨਾਂ ਦੇ ਵਿੱਚ ਕੰਮ ਕਰਨਾ ਕਾफ़ੀ ਫਾਸਟ ਹੋ ਗਿਆ ਅਤੇ ਯੂਜ਼ ਕਰਨਾ ਇਹਨੂੰ ਕਾफ़ੀ ਸੌਖਾ ਹੋ ਗਿਆ, ਕਿਉਂਕਿ ਇਹਦੇ ਵਿੱਚ ਆਪਰੇਟਿੰਗ ਸਿਸਟਮ ਯੂਜ਼ ਕੀਤਾ ਜਾਂਦਾ ਜਿਹੜਾ ਉਹ ਯੂਜ਼ਰ ਆਸਾਨੀ ਨਾਲ ਉਹਨੂੰ ਯੂਜ਼ ਕਰ ਸਕਦੇ, ਜਿਵੇਂ ਆਪਾਂ ਵਿੰਡੋਜ਼ ਵਗੈਰਾ ਯੂਜ਼ ਕਰ ਰਹੇ ਹਾਂਗੇ, ਇਹ ਆਸਾਨੀ ਨਾਲ ਯੂਜ਼ ਕਰ ਸਕਦੇ ਹਾਂ। ਇਹਨਾਂ ਦਾ ਸਾਈਜ਼ ਸਾਨੂੰ ਡਿਫਰੈਂਟ ਸਾਈਜ਼ ਦੇ ਵਿੱਚ ਮਿਲ ਜਾਂਦਾ, ਮਿੰਨੀ ਕੰਪਿਊਟਰ ਤੋਂ ਲੈ ਕੇ ਸਾਨੂੰ ਕਾफ़ੀ ਵੱਡੇ ਸਾਈਜ਼ ਦੇ ਵਿੱਚ ਕੰਪਿਊਟਰ ਵੀ ਮਿਲ ਜਾਂਦੇ ਨੇਗੇ। ਇਹਦੇ ਨਾਲ ਯੂਨੀਕ ਫੀਚਰ ਨੇਗੇ ਅਤੇ ਇਹ ਯੂਜ਼ਰ ਫਰੈਂਡਲੀ ਨੇਗੇ, ਇਹਨਾਂ ਨੂੰ ਯੂਜ਼ ਕਰਨਾ ਕਾफ़ੀ ਜ਼ਿਆਦਾ ਸੌਖਾ ਹੈਗਾ। ਅਤੇ ਮਲਟੀਮੀਡੀਆ ਫੀਚਰ ਨੇਗੇ, ਆਪਾਂ ਮਲਟੀਮੀਡੀਆ ਦਾ ਵੀ ਇਹਦੇ ਵਿੱਚ ਯੂਜ਼ ਕਰ ਸਕਦੇ ਹਾਂ। ਡਿਸਐਡਵਾਂਟੇਜ ਕੀ ਨੇਗੇ, ਇਹ ਵੈਰੀ ਲੋ ਲੈਵਲ ਲੈਂਗੁਏਜ ਨੇ ਯੂਜ਼ ਕਰਦੇ ਨੇ ਜਿਹੜੀਆਂ, ਅਤੇ ਇਹ ਹਿਊਮਨ ਦੇ ਬ੍ਰੇਨ ਨੂੰ ਵੀ ਕੀ ਡੱਲ ਬਣਾਉਂਦੇ, ਕਿਉਂਕਿ ਆਪਣੇ ਵਿੱਚ ਜਿਹੜਾ ਸੋਚਣ ਸ਼ਕਤੀ ਆਪਾਂ
ਅੱਗੇ ਤਾਂ ਇਦਾਂ ਹੀ ਯਾਦ ਰੱਖਦੇ ਸੀ, ਪਰ ਹੁਣ ਕੀ ਹੈ, ਕੋਈ ਵੀ ਸਰਚ ਕਰਦੇ ਹਾਂ ਤਾਂ ਉਹ ਗੂਗਲ 'ਤੇ ਜਾ ਕੇ ਜਾਂ ਸਿਰੀ ਦੇ ਵਿੱਚ ਜਾ ਕੇ ਕਿਤੋਂ ਵੀ ਆਪਾਂ ਸਰਚ ਕਰ ਲੈਂਦੇ ਹੈਗੇ, ਤਾਂ ਦਿਮਾਗ ਹੈ ਜਿਹੜਾ ਉਹ ਹੌਲੀ ਹੌਲੀ ਕੀ ਹੁੰਦਾ ਜਾ ਰਿਹਾ, ਡਲ ਹੁੰਦਾ ਜਾ ਰਿਹਾ। ਤਾਂ ਅੱਜ ਲਈ ਇੰਨੀ ਸੀ ਵੀ ਇਹ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰ ਲਓ, ਅਤੇ ਤਾਂ ਕਿ ਆਉਣ ਵਾਲੇ ਸਮੇਂ 'ਚ ਤੁਹਾਨੂੰ ਆਉਣ ਵਾਲੀਆਂ ਵੀਡੀਓ ਦਾ ਪਤਾ ਲੱਗ ਸਕੇ। ਅਤੇ ਅੱਜ ਲਈ ਥੈਂਕ ਯੂ ਵੀ।